ਭਾਰਤ ਪਾਕਿਸਤਾਨ ਸਰਹੱਦ ਤੇ ਹੁਣ ਜੰਗਲ ਬਣਾਇਆ ਜਾਏਗਾ। ਜੀ ਹਾਂ, ਇਹ ਇੱਕ ਪਹਿਲ ਕਦਮੀ ਜਿਹੜੀ ਹੈ ਬੀਐਸਐਫ ਵੱਲੋਂ ਅਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਹੈ, ਜਿੱਥੇ ਕਿ ਇੱਕ ਬੀਐਸਐਫ ਦੀ ਖਾਲੀ ਪਈ ਜ਼ਮੀਨ ਦੇ ਉੱਤੇ ਜਿੱਥੇ ਕਿ ਇੱਕ ਪ੍ਰੋਪਰ ਜੰਗਲ ਜਿਸ ਤਰੀਕੇ ਨਾਲ ਹੁੰਦਾ ਹੈ ਉਹ ਤਿਆਰ ਕੀਤਾ ਜਾਏਗਾ ਤੇ ਨਾਲ ਇੱਕ ਪਲੇਗਰਾਉਂਡ ਤਿਆਰ ਕੀਤੀ ਜਾਏਗੀ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਬਿਲਕੁਲ ਫੈਂਸਿੰਗ ਦੇ ਉੱਤੇ, ਜਿੱਥੇ ਭਾਰਤ ਪਾਕਿਸਤਾਨ ਸਰਹੱਦ ਹੈ, ਬੈਰੋਪਾਲ ਬੀਓਪੀ ਜਿਹੜੀ ਪੈਂਦੀ ਹੈ, ਉੱਥੇ ਇਸ ਜੰਗਲ ਨੂੰ ਤਿਆਰ ਕੀਤਾ ਜਾ ਰਿਹਾ। ਪੇੜ ਪੌਦੇ ਲਾਏ ਜਾ ਰਹੇ ਨੇ ਤਾਂ ਕਿ ਹਰਿਆਵਲ ਰਹੇ ਤੇ ਦੂਸਰੇ ਪਾਸੇ ਫੈਂਸਿੰਗ ਵੀ ਤੁਹਾਨੂੰ ਦਿਖਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਪਾਕਿਸਤਾਨ ਦੀ ਜਿਹੜੀ ਦੂਰੀ ਹੈ ਮਹਿਜ 500 ਮੀਟਰ ਦੀ ਦੂਰੀ ਤੇ ਹੈ। ਤਾਂ ਜਿਹੜੀ ਇਹ ਤੁਸੀਂ ਫੈਂਸਿੰਗ ਦੇਖ ਰਹੇ ਹੋ ਤਾਂ ਉਸ ਤੋਂ ਬਾਅਦ ਇੰਟਰਨੈਸ਼ਨਲ ਬਾਰਡਰ ਹੈ, ਤਾਂ ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਹੈ ਦੂਸਰੇ ਪਾਸੇ ਹੈ। ਤਾਂ ਉਸ ਦੇ ਬਿਲਕੁਲ ਨੇੜੇ ਹੀ ਬੀਐਸਐਫ ਦੀ ਖਾਲੀ ਪਈ ਜ਼ਮੀਨ ਦੇ ਉੱਤੇ ਪਿੰਡ ਵਾਲਿਆਂ ਦੇ ਸਦਕਾ ਜਿਹੜਾ ਹੈ ਪ੍ਰਯਾਸ ਕੀਤਾ ਗਿਆ ਹੈ, ਜਿੱਥੇ ਕਿ ਇਸ ਜਿਹੜਾ ਹੈ ਫੈਂਸਿੰਗ ਦੇ ਬਿਲਕੁਲ ਨੇੜੇ ਜਿਹੜਾ ਹੈ ਇਹ ਇੱਕ ਜੰਗਲ ਸਟੈਬਲਿਸ਼ ਕੀਤਾ ਗਿਆ। ਤਾਂ ਜੰਗਲ ਸਟੈਬਲਿਸ਼ ਕਰਨ ਦਾ ਮਕਸਦ ਹੈ ਕਿ ਜਿਸ ਤਰੀਕੇ ਦੇ ਨਾਲ ਵਾਤਾਵਰਨ ਦਾ ਨੁਕਸਾਨ ਹੋ ਰਿਹਾ ਹੈ ਤਾਂ ਕਿਸ ਤਰੀਕੇ ਨਾਲ ਵਾਤਾਵਰਨ ਨੂੰ ਠੀਕ ਕੀਤਾ ਜਾ ਸਕਦਾ ਹੈ, ਉਸ ਦੇ ਵਿੱਚ ਇਹ ਇੱਕ ਪਹਿਲ ਕਦਮੀ ਹੈ। ਤਾਂ ਇਸ ਦੇ ਵਿੱਚ ਇਸ ਦਾ ਇੱਕ ਪੂਰਾ ਡਿਜ਼ਾਈਨ ਮਾਡਲ ਤਿਆਰ ਕੀਤਾ ਗਿਆ, ਜਿੱਥੇ ਕਿ ਇੱਕ ਪਾਸੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਬੂਟੇ ਲਾਏ ਗਏ ਨੇ, ਤਾਂ ਦੂਸਰੇ ਪਾਸੇ ਇੱਕ ਪਾਣੀ ਦਾ ਪੌਂਡ ਵੀ ਤਿਆਰ ਕੀਤਾ ਗਿਆ ਹੈ। ਤਾਂ ਇਹ ਪਾਣੀ ਦੇ ਪੌਂਡ ਦਾ ਕੰਮ ਇਹ ਹੋਏਗਾ ਕਿ ਜਿਹੜਾ ਕਿ ਬਰਸਾਤੀ ਪਾਣੀ ਜਿਹੜਾ ਹੁੰਦਾ ਹੈ ਉਹ ਇਸ ਦੇ ਵਿੱਚ ਸਟੋਰ ਹੋਏਗਾ। ਤਾਂ ਇਹਦੇ ਵਿੱਚ ਬਕਾਇਦਾ ਤੌਰ ਤੇ ਇਸੇ ਪਾਣੀ ਦੇ ਵਿੱਚ ਪੰਪ ਲਗਾ ਕੇ ਇਹ ਜਿਹੜੇ ਪੇੜ ਪੌਦੇ ਨੇ ਇਹਨਾਂ ਨੂੰ ਇਹਦੀ ਬਕਾਇਦਾ ਪਾਣੀ ਦੀ ਫੀਡਿੰਗ ਜਿਹੜੀ ਦਿੱਤੀ ਜਾਏਗੀ, ਕਿਉਂਕਿ ਪਾਣੀ ਅਗਰ ਸਹੀ ਸਮੇਂ ਤੇ ਬੂਟਿਆਂ ਨੂੰ ਨਾ ਮਿਲੇ ਤਾਂ ਬੂਟੇ ਬਹੁਤ ਸਾਰੇ ਖਰਾਬ ਹੋ ਜਾਂਦੇ ਨੇ। ਤੇ ਇੱਥੇ ਤਕਰੀਬਨ 5000 ਦੇ ਕਰੀਬ ਜਿਹੜੇ ਨੇ ਬੂਟੇ ਜਿਹੜੇ ਇੱਥੇ ਲਗਾਏ ਗਏ ਨੇ। ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਪੇੜ ਜਿਹੜੇ ਨੇ ਜਿਹੜੇ ਕਿ ਫਲਦਾਰ ਨੇ, ਜਿਨ੍ਹਾਂ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੋਈ ਫਰੂਟਸ ਵੀ ਮਿਲ ਸਕਦੇ ਨੇ, ਤਾਂ ਹੋਰ ਵੀ ਆਬੋ ਹਵਾ ਹੋਰ ਸਾਫ਼ ਹੋ ਸਕਦੀ ਹੈ, ਉਸ ਦਾ ਸਟੈਬਲਿਸ਼ਮੈਂਟ ਜਿਹੜੀ ਹੈ ਇੱਥੇ ਕੀਤੀ ਗਈ ਹੈ। ਤਾਂ 5000 ਤੋਂ ਵੱਧ ਬੂਟੇ ਜਿਹੜੇ ਨੇ ਇੱਥੇ ਲਗਾਉਣ ਦੀ ਪਹਿਲ ਕਦਮੀ ਜਿਹੜੀ ਕੀਤੀ ਗਈ ਹੈ। ਤਾਂ ਫੈਂਸਿੰਗ ਨੂੰ ਹੋਰ ਹਰਾ ਭਰਾ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਨਾਲ ਅਧਿਕਾਰੀ ਮੌਜੂਦ ਨੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕੀ ਇਨੀਸ਼ੀਏਟਿਵ ਹੈ ਜੀ ਜਿਹੜਾ ਇੱਥੇ ਤੁਹਾਡੇ ਵੱਲੋਂ ਲਿੱਤਾ ਗਿਆ, ਜੀ ਕੀ ਕਹਿਣਾ ਚਾਹੋਗੇ? भारत स्वच्छता अभियान चला रहा है और उसके तहत प्रधानमंत्री जी द्वारा जो उनने बताया है उसके तहत हम लोग आज यहाँ पे एकत्रित हुए हैं और माइक्रो फॉरेस्ट को डेवलप कर रहे हैं। लगभग 1 एकड़ से अधिक का एरिया है जिसमें माइक्रो फॉरेस्ट लगाया गया है और इसमें लगभग 45 वैरायटी के जो प्लांट्स हैं, जो ट्रीज़ हैं, उनको लगाया गया है। ये सब देशी प्लांट हैं, इनमें विदेशी प्लांट नहीं है। और जैसा मुझे ज्ञात है इसमें सारा जो खाद वगैरह जो ली गई है वो ऑर्गेनिक है और बहुत ही मेहनत करके इसको डेवलप किया है। इस जब जैसे जैसे ये डेवलप होगा और यहाँ की जो एनवायरनमेंट को प्रोटेक्ट करने में बहुत मदद करेगा। जैसे कि हम देख सकते हैं यहाँ की जो मिट्टी काफ़ी जो सूखी है ये भी बहुत अच्छे से डेवलप हो जाएगी। और जो चूँकि ये फॉरेस्ट के फॉर्म में डेवलप होगा, यहाँ पे जो चिड़िया हैं, तितलियाँ हैं, वो भी ड्यू कोर्स में आएंगी और एयर की क्वालिटी इम्प्रूव होगी। जो एयर क्वालिटी इंडेक्स जिसको हम बोलते हैं वो कहते हैं कि माइक्रो फॉरेस्ट के आसपास 25 से 30 का ही रह जाता है, तो बहुत ही शुद्ध क्वालिटी एयर की होती है। और जो हम बॉर्डर से लगभग आप देख सकते हैं कि बॉर्डर के हम बहुत नज़दीक हैं, तो ये एक हमारे क्षेत्र में हमारे बीएसएफ के जवानों द्वारा और गांव के जो मुखिया हैं, सरपंच हैं, उनके सहायता से ये हम लोग डेवलप कर पा रहे हैं और इसका नाम हमने रखा है आयकर अरण्य। तो सर, इसमें कितने पौधे कितने लगाए गए हैं यहाँ पर? 2500 पौधे लगाए गए हैं और विभिन्न तरीकों के, विभिन्न वैरायटी के पौधे हैं जो कि इस माहौल में सस्टेन कर पाएंगे, अपने आप को सस्टेन कर पाएंगे। शुरुआत के लिए इसी जगह का चयन क्यों किया गया, इसके पीछे क्या लॉजिक या क्या वजह? जैसा कि अभी हमें बीएसएफ वालों ने, बीएसएफ के अधिकारियों ने बताया है कि ये जब भारत का आज़ाद हुआ था उस समय से भरोपाल विलेज जो है वो एक मुख्य धारा में रहा है और उस धारा को जो उनका जो जज्बा है जो भारत के लिए, उसको हम उनको समर्पित करते हैं और हम उनके लिए बहुत ही हमारा श्रद्धा से हम यहाँ पे तो ये हम कह सकते हैं कि एक तरफ स्वच्छता और जो वातावरण है उसको बचाने के साथ साथ एक देश प्रेम की भावना भी जो है वो
मैसेज देने की कोशिश है। देश प्रेम की भावना भी है और समाज के लिए भी कार्य करने की जो आयकर का जो जो सोच है वो कि टैक्स पेयर के लिए ही नहीं हम कम्युनिटी के लिए भी काम करें, वो सोच भी इसमें जागृत सर होता है। आने वाले समय में और इस तरह के प्रयास किए जाएंगे जिससे कि और डेवलप किया जाए इस तरह की हमारा लैंड को, क्योंकि बहुत सारी जमीनें खाली पड़ी हैं, चाहे आयकर विभाग की हो चाहे किसी और विभाग की। हम इस मुहिम के तहत और आगे कार्य करेंगे और इस क्षेत्र में जो हमारा जो ये पंजाब हरियाणा ये जो क्षेत्र है इसमें जो हमारे प्रमुख आयकर आयुक्त महोदय हैं वो बहुत ही रुचि लेते हैं और ऐसे कई माइक्रो फॉरेस्ट डेवलप करेंगे और पूरे भारत में हम ये चाहेंगे कि अगले वर्ष में काफ़ी इस तरफ कार्य हो विभाग में और विभाग के जो आसपास और इस प्रकार के कार्य और हों, इस प्रकार की हम मुहिम सर इसकी केयरटेकिंग भी की जाएगी अच्छे तरीके से? बिल्कुल की जाएगी, बिल्कुल की जाएगी। ये तो नन्हे मुन्ने पौधे हैं और मतलब अभी चूंकि सर्दी का मौसम आने वाला है और लेकिन इनकी पूरी केयर की जाएगी क्योंकि हम चाहते हैं कि ये 2500 पौधे एक वन में कुछ समय में डेवलप हो जाएं 2 साल में, तो बहुत हम केयर करेंगे। क्या समझते हैं कि इससे एनवायरनमेंट को और भी फायदा मिलेगा और ज़्यादा लोग जो है हरियावल से जुड़ेंगे? हरियाली से जोड़ने का ही मुहिम है। जैसे जैसे लोग देखेंगे, जैसे कि प्रमुख आयकर आयुक्त महोदय बता रहे हैं कि हमने इसको गांव को समर्पित किया है और गांव भी केयर करेगा। जो बच्चे हैं, जो यूथ है, जो युवा वर्ग है, वो सब यहाँ के एक प्रेरणा स्रोत बन जाएगा और हरियाली जो है हम लोग सब बहुत ही उसके लिए वी आर वेरी कमिटेड टू ग्रीनरी, तो उसमें ये एक प्रेरणा स्रोत रहेगा। और जैसे जैसे और इस प्रकार के अभियान होते हैं, इस प्रकार का कार्य होता है, तो सभी युवाओं को, बच्चों को आगे हरियाली के प्रति जागरूकता डेवलप होगी। ਤੁਸੀਂ ਵੇਖਿਆ ਕਿ ਇਸ ਵੇਲੇ ਕਿਸ ਤਰ੍ਹਾਂ ਦਾ ਇੱਕ ਮੁਹਿੰਮ ਚਲਾਈ ਗਈ ਹੈ ਤੇ ਦੇਸੀ ਪੌਦੇ ਜਿਹੜੇ ਸਾਡੇ ਪੰਜਾਬ ਦੇ ਪੌਦੇ ਨੇ ਜਾਂ ਜਿਸ ਦੇ ਨਾਲ ਕਿ ਹਰਿਆਵਲ ਨੂੰ ਵਧਾਇਆ ਜਾ ਸਕਦਾ ਹੈ ਉਸ ਨੂੰ ਇੱਥੇ ਰੱਖਿਆ ਗਿਆ ਹੈ। ਤਾਂ ਬਕਾਇਦਾ ਇੱਕ ਪੌਂਡ ਜਿਹੜਾ ਹੈ, ਇਹ ਪੌਂਡ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਇਸ ਦਾ ਪਾਣੀ ਜਿਹੜਾ ਹੈ ਇਸ ਦੇ ਵਿੱਚ ਇਸਤੇਮਾਲ ਕੀਤਾ ਜਾਏਗਾ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਅਲੱਗ ਤਕਨੀਕ ਹੈ ਕਿਉਂਕਿ ਜਿਹੜਾ ਬਾਰਿਸ਼ ਦਾ ਪਾਣੀ ਹੈ ਇੱਥੇ ਜਮ੍ਹਾਂ ਹੋਏਗਾ ਤੇ ਇਸ ਪਾਣੀ ਦੇ ਨਾਲ ਹੀ ਪੌਦਿਆਂ ਨੂੰ ਜਿਹੜਾ है फीडिंग देती जाएगी। सर इससे क्या फ़ायदा मिलेगा अगर इस पानी को जैसे स्टोर किया गया है, इसकी फीडिंग होएगी तो? क्योंकि ग्राउंड वाटर है, ये सीप होता रहेगा और पौधों को पानी नेचुरल वे में मिलता रहेगा। तो पौधे जो हैं वो अगर मीन्स नेचुरल वे में जब उनको पौधों को पानी मिलेगा तो पानी, और चूँकि नज़दीक पौधे हैं तो पानी को वो संचित करके रखेंगे, उसको एक दूसरे को सपोर्ट करेंगे और बहुत ही खूबसूरत कुछ वर्षों में बहुत ही खूबसूरत जंगल तैयार होगा। आप समझते हैं कैसे कि वेल ऑर्गेनाइज स्ट्रक्चर इसको तैयार किया गया है ताकि पेड़ भी बढ़े और पानी का भी बचाव हो? बिल्कुल जी जी। तो ਤੁਸੀਂ ਦੇਖ ਸਕਦੇ ਹੋ ਇੱਕ ਚੰਗੇ ਤਰੀਕੇ ਨਾਲ ਜਿਹੜਾ ਹੈ ਇੱਕ ਇਨਫਰਾਸਟ੍ਰਕਚਰ ਇੱਥੇ ਤਿਆਰ ਕੀਤਾ ਗਿਆ ਹੈ। ਤਾਂ ਤੁਹਾਨੂੰ ਇੱਕ ਵਾਰ ਫਿਰ ਦਿਖਾਵਾਂਗੇ ਕਿ ਇੱਥੇ ਜਿਹੜਾ ਪਾਣੀ ਦੇ ਨਾਲ ਨਾਲ ਜਿਹੜੇ ਪੇੜ ਪੌਦੇ ਲਗਾਏ ਗਏ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਦੇਸੀ ਪੌਦੇ ਜਿਹੜੇ ਇੱਥੇ ਲਗਾਏ ਗਏ ਨੇ, ਜਿਹੜੇ ਪੰਜਾਬ ਦੀ ਧਰਤੀ ਦੇ ਨੇ, ਕੋਈ ਵੀ ਦੇਸੀ ਪੌਦਾ ਨਹੀਂ ਹੈ। ਤਾਂ ਇਹ ਜਦੋਂ ਵਧਣਗੇ ਫੁੱਲਣਗੇ ਤਾਂ ਇਹਦੇ ਨਾਲ ਜਿਹੜਾ ਹੈ এনवायरमेंटल ਜਿਹੜੀ ਗਰੋਥ ਹੋਏਗੀ। ਤਾਂ ਦੱਸਿਆ ਜਾ ਰਿਹਾ ਹੈ ਕਿ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੁੰਦਾ ਹੈ ਤਕਰੀਬਨ ਜਦੋਂ ਕਿ ਇਸ ਤਰ੍ਹਾਂ ਦੇ ਮਾਈਕਰੋ ਛੋਟੇ ਜੰਗਲ ਜਿਹੜੇ ਤਿਆਰ ਹੁੰਦੇ ਨੇ ਤਾਂ ਉੱਥੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਮਹਿਜ 25 ਤੋਂ 30 ਹੁੰਦਾ ਹੈ, ਜਿਹੜਾ ਕਿ ਅੱਜ ਕੱਲ੍ਹ 300 ਦੇ ਕਰੀਬ ਜਾ ਰਿਹਾ ਹੈ। ਤਾਂ ਇਸ ਪੂਰੀ ਪਲਾਂਟੇਸ਼ਨ ਡਰਾਈਵ ਦੀ ਜਿਹੜੀ ਹੈ ਗੱਲ ਕੀਤੀ ਜਾਵੇ ਤਾਂ ਇਹ ਆਮ ਤਰੀਕੇ ਦੇ ਪੌਦੇ ਨਹੀਂ ਹੈ ਕਿ ਜਿੱਥੇ ਕਿ ਲਗਾ ਕੇ ਕਿਸੇ ਉਹਦੀ ਕੇਅਰ ਟੇਕਿੰਗ ਨਾ ਕੀਤੀ ਜਾਵੇ। ਤਾਂ ਪੂਰੇ ਇਲਾਕੇ ਨੂੰ ਇੱਕ ਜੰਗਲ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਮਾਈਕਰੋ ਜੰਗਲ ਦਾ ਵੀ ਨਾਮ ਦਿੱਤਾ ਗਿਆ ਹੈ। ਤਾਂ ਤੁਸੀਂ ਵੇਖਿਆ ਕਿ ਅਸੀਂ ਅੱਜ ਤੁਹਾਨੂੰ ਇੱਕ ਮਾਈਕਰੋ ਫੋਰੈਸਟ ਜੰਗਲ ਜਿਹੜਾ ਹੈ ਦਿਖਾਇਆ ਹੈ। ਤਾਂ ਇੱਥੇ ਜਿਹੜੇ ਪੌਦੇ ਲਗਾਏ ਗਏ ਨੇ ਤਾਂ ਇਹ ਵਾਤਾਵਰਨ ਨੂੰ ਸਾਫ਼ ਰੱਖਣ ਦਾ ਸੁਨੇਹਾ ਦੇਣਗੇ। ਤਾਂ ਇਹ ਜਿਹੜਾ ਹੈ ਇੱਥੇ ਸਥਾਪਿਤ ਕੀਤਾ ਗਿਆ ਹੈ। ਤਾਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੀ ਧਰਤੀ ਨੂੰ ਹਰਾ ਭਰਾ ਰੱਖਣ ਦੀ ਗੱਲ ਕੀਤੀ ਜਾਂਦੀ ਹੈ। ਤਾਂ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਬਹੁਤ ਖਰਾਬ ਹੋ ਚੁੱਕਾ ਹੈ। ਬਹੁਤ ਸਾਰੇ ਕਾਰਨ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਪ੍ਰਦੂਸ਼ਣ ਵੱਧਦਾ ਪਿਆ ਹੈ ਤੇ ਉਹਦੇ ਵਿੱਚ ਮਾਈਕਰੋ ਫੋਰੈਸਟ ਜੰਗਲ ਜਿਹੜੇ ਐਸਟੈਬਲਿਸ਼ ਕੀਤੇ ਗਏ ਉਹਦੇ ਨਾਲ ਕਾਫੀ ਫਾਇਦਾ ਜਿਹੜਾ ਹੈ ਲੋਕਾਂ ਨੂੰ ਮਿਲੇਗਾ। ਔਰ ਸਰਹੱਦ ਤੇ ਇਸ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਇਹ ਉਹ ਪਿੰਡ ਹੈ ਜਿੱਥੋਂ ਕਿ ਆਜ਼ਾਦੀ ਦੀ ਇੱਕ ਨਵੀਂ ਜਿਹੜੀ ਜ਼ਿੰਦਗੀ ਸੀ ਸ਼ੁਰੂ ਹੋਈ ਸੀ। ਤਾਂ ਇੱਕ ਇਤਿਹਾਸਕ ਪਿੰਡ ਹੈ। ਤਾਂ ਫਿਲਹਾਲ ਇਹ ਤੋਂ ਸ਼ੁਰੂਆਤ ਕੀਤੀ ਗਈ ਕਿ ਜੰਗਲ ਇੱਥੇ ਬਣਾਏ ਜਾ ਰਹੇ ਨੇ ਤਾਂ ਕਿ ਵਾਤਾਵਰਨ ਠੀਕ ਰਹੇ ਅਤੇ ਲੋਕ ਜਿਹੜੇ ਨੇ ਬਿਮਾਰੀਆਂ ਤੋਂ ਵੀ ਬਚ ਸਕਣ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।